Good morning, students. Once again, welcome to my YouTube channel. Today, I am discuss about to the form of organization. This is the fifth part related to this video. Before starting this session, I will tell you by all viewers, I will conducting the small test which has been a MCQ based test from lesson first. So I will want to be all viewers. Please attempt this test which is given into the end of this session. So I will check out that we what kind of the knowledge you have been gained from my videos. So I will start from this session and please attempt this test and give your answer in my comment box. And now I will start from this session. The today topic is to the cooperative society. The cooperative society is the volunteer association of the persons who join together to work the common purpose with the motivation of the welfare of the members. The main objective to protect their economic and social interest of to the members, which ਮੁੱਖ ਦੀ ਗੱਲ ਇਹ ਹੁੰਦੀ ਆ ਵੀ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ ਉਹ ਸਾਡੇ ਵਿਲੇਜਿਸ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਂਦੀਆਂ ਨੇ। ਇਹਨਾਂ ਵਿੱਚ ਕੀ ਹੁੰਦਾ ਵੀ ਕਾਮਨ ਪੀਪਲ ਹੋ ਜਾਂਦੇ, ਯਾਨੀ ਕਿ ਜਿਹੜੇ ਪਿੰਡਸ ਦੇ ਪਰਸਨ ਹੁੰਦੇ ਆ ਜਾਂ ਸ਼ਹਿਰਾਂ ਦੇ ਵਿੱਚ ਕੀ ਹੁੰਦੇ ਆ ਸੁਸਾਇਟੀਜ਼ ਬਣਦੀਆਂ ਹੁੰਦੀਆਂ ਨੇ, ਤਾਂ ਉਹ ਇਕੱਠੇ ਹੋ ਜਾਂਦੇ ਆ, ਕੰਬਾਈਨਡ ਹੋ ਕੇ ਉਹ ਇੱਕ ਦੂਸਰੇ ਦੇ ਵੈਲਫੇਅਰ ਬਾਰੇ ਸੋਚਦੇ ਨੇ ਅਤੇ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਵੀ ਇਕੱਠੇ ਹੋ ਕੇ ਸਾਰਿਆਂ ਨੇ ਕੰਮ ਕਰਨਾ ਵਾ ਅਤੇ ਲੋਕਾਂ ਦੀ ਭਲਾਈ ਦੇ ਲਈ ਹੀ ਕੰਮ ਕਰਨਾ ਵਾ। ਇਹਦੇ ਵਿੱਚ ਉਹ ਉਹਨਾਂ ਦੇ ਇਕਨੋਮਿਕ ਯਾਨੀ ਕਿ ਉਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਅਤੇ ਸਮਾਜਿਕ ਤੌਰ 'ਤੇ ਦੋਹਾਂ ਦੇ ਵਿੱਚ ਉਹਨਾਂ ਦਾ ਮੇਨ ਮੋਟਿਵ ਹੁੰਦਾ ਵੀ ਇਹਨਾਂ ਦੋਹਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਇਹਨਾਂ ਤੋਂ। ਅਤੇ ਇਹਦੇ ਵਿੱਚ ਜਿਹੜਾ ਜ਼ਿਆਦਾਤਰ ਵੀ ਇਹ ਕੰਮ ਤਾਂ ਕੀਤਾ ਜਾਂਦਾ ਤਾਂ ਜੋ ਜਿਹੜੇ ਮਿਡਲਮੈਨ ਨੇ, ਮਿਡਲਮੈਨ ਦਾ ਮਤਲਬ ਕੀ ਹੁੰਦਾ ਵੀ ਉਹ ਪਰਸਨ ਵਿਚੋਲੀਏ ਜਿਹੜੇ ਕਿ 7 ਚੀਜ਼ਾਂ ਲੈ ਕੇ, ਜਿਵੇਂ ਕਿ ਹੁਣ ਅਸੀਂ ਕੀ ਆ, ਜਿਵੇਂ ਕਣਕ ਵੱਢੀ ਸੀ ਤਾਂ ਕਣਕ ਦੇ ਵਿੱਚ ਆੜ੍ਹਤੀ ਨੂੰ ਅਸੀਂ ਦਿੰਦੇ ਹਾਂ, ਉਹ ਕੀ ਨੇ ਇੰਟਰਮੀਡੀਏਟਰ ਜਾਂ ਤੁਸੀਂ ਕਹ ਲਓ ਮਿਡਲਮੈਨ ਨੇ, ਉਹ ਇੱਕ ਫਾਰਮਰ ਅਤੇ ਗੌਰਮੈਂਟ ਦੇ ਵਿੱਚ। ਤਾਂ ਉਸ ਪਰਸਨ ਨੂੰ ਮਿਨੀਮਾਈਜ਼ ਕਰਨ ਦੇ ਲਈ ਅਤੇ ਸਿੱਧਾ ਡਾਇਰੈਕਟ ਬੈਨੀਫਿਟ ਜਿਹੜਾ ਵਾ ਉਹ ਜਿਹੜਾ ਪ੍ਰੋਡਿਊਸਰ ਉਹਨੂੰ ਮਿਲਣ ਦੇ ਲਈ ਇਹ ਸੁਸਾਇਟੀਜ਼ ਬਣਾਈਆਂ ਜਾਂਦੀਆਂ ਨੇ। ਇਹ ਜ਼ਿਆਦਾਤਰ ਵੈਲਫੇਅਰ ਦੇ ਵਰਕ ਹੀ ਕਰਦੀਆਂ ਨੇ। ਫੀਚਰਸ ਕੀ ਹੁੰਦਾ ਵਾ, ਵੋਲੰਟੀਅਰ ਐਸੋਸੀਏਸ਼ਨ, ਇਹ ਸਾਰੇ ਜਣਿਆਂ ਦੀ ਸਹਿਮਤੀ ਦੇ ਨਾਲ ਬਣਾਈ ਜਾਂਦੀ ਹੈ, ਬਿਨਾਂ ਸਹਿਮਤੀ ਤੋਂ ਨਹੀਂ ਬਣ ਸਕਦੀਆਂ। ਓਪਨ ਮੈਂਬਰਸ਼ਿਪ, ਕੋਈ ਵੀ ਬੰਦਾ ਜਿਹੋ ਜਿਹਾ ਮਰਜ਼ੀ ਹੋਵੇ, ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ, ਇਸ ਦੀ ਮੈਂਬਰਸ਼ਿਪ ਲੈ ਸਕਦਾ ਵਾ। ਸੈਪਰੇਟ ਲੀਗਲ ਆਈਡੈਂਟੀਟੀ, ਇਹਨਾਂ ਦੀ ਜਿਹੜੀ ਆਈਡੈਂਟੀਟੀ ਹੋਏਗੀ ਉਹ ਸੈਪਰੇਟ ਹੋਏਗੀ। ਸੈਪਰੇਟ ਦਾ ਮਤਲਬ ਵੀ ਉਹਨਾਂ ਨੂੰ ਰਜਿਸਟਰਡ ਕਰਾਉਣਾ ਪਏਗਾ ਗੌਰਮੈਂਟ ਦੇ ਅੰਡਰ, ਤਾਂ ਜੋ ਕੀ ਆ ਉਹਨਾਂ ਨੂੰ ਇੱਕ ਨਾਮ ਮਿਲ ਸਕੇ ਅਤੇ ਉਹ ਸੁਸਾਇਟੀ ਦਾ ਨਾਮ ਜਿਵੇਂ ਚੱਲਦਾ ਹੁੰਦਾ, ਜਿਵੇਂ ਪਿੰਡਾਂ ਦੇ ਵਿੱਚ ਸਪੋਰਟਸ ਕਲੱਬ ਬਣੇ ਹੁੰਦੇ ਆ, ਤਾਂ ਇਹ ਸਾਰੇ ਇਸੇ ਸੁਸਾਇਟੀ ਦੇ ਅੰਡਰ ਆਉਂਦੇ ਨੇ। ਨੈਕਸਟ ਹੈਗਾ ਵਾ ਲਿਮਿਟਡ ਲਾਇਬਿਲਿਟੀਜ਼, ਇਹਨਾਂ ਦੀਆਂ ਜਿਹੜੀਆਂ ਦੇਣਦਾਰੀਆਂ ਵਾ ਲਿਮਿਟਡ ਹੁੰਦੀਆਂ ਨੇ, ਕਿਉਂਕਿ ਜਿੰਨਾ ਬੰਦਾ ਪੈਸਾ ਲਾਵੇਗਾ ਅਤੇ ਉਹਨੂੰ ਉਸ ਅਕੋਰਡਿੰਗ ਹੀ ਉਹਦੇ ਰਿਵਾਰਡਸ ਮਿਲਦੇ ਰਹਿਣਗੇ। ਨੈਕਸਟ ਹੈਗਾ ਵਾ ਸਰਵਿਸ ਮੋਟਿਵ, ਇਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਵਾ, ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨੀਆਂ, ਤਾਂ ਜੋ ਕੀ ਆ ਵੀ ਉਹਨਾਂ ਦੀ ਸਰਵਿਸਿਜ਼ ਦੇ ਨਾਲ ਵੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਕੀਤਾ ਜਾ ਸਕੇ ਅਤੇ ਘੱਟ ਤੋਂ ਘੱਟ ਕੋਸਟ ਦੇ ਵਿੱਚ ਇਹ ਚੀਜ਼ਾਂ ਪ੍ਰੋਵਾਈਡ ਹੋ ਸਕਣ। ਨੈਕਸਟ ਹੈਗਾ ਵਾ ਡਿਸਪੋਜ਼ੇਬਲ ਸਰਪਲਸ, ਇਹਦੇ ਵਿੱਚ ਜਿਹੜਾ ਇਨਕਮ ਸਾਨੂੰ ਜਨਰੇਟ ਹੁੰਦੀ ਆ ਉਹ ਸਾਰੀ ਡਿਸਪੋਜ਼ੇਬਲ ਹੁੰਦੀ ਹੈ। ਡਿਸਪੋਜ਼ੇਬਲ ਦਾ ਮਤਲਬ ਜਿਹੜਾ ਸਰਪਲਸ ਹੁੰਦਾ ਵਾ ਉਹਨੂੰ ਵੰਡਿਆ ਜਾਂਦਾ ਵਾ ਸਾਰੇ ਪਰਸਨਸ ਦੇ ਮੈਂਬਰਸ ਦੇ ਵਿੱਚ, ਕਿਉਂਕਿ ਸਾਰਿਆਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ ਗਿਆ ਹੁੰਦਾ ਵਾ ਅਤੇ ਆਪਣੀ ਇਨਕਮ ਨੂੰ ਉਹ ਰਾਈਜ਼ ਕਰਦੇ ਆ। ਡੈਮੋਕ੍ਰੈਟਿਕ ਫਾਰਮ ਆਫ ਸੁਸਾਇਟੀ, ਇਸ ਜਿਹੜੀ ਸੁਸਾਇਟੀ ਦਾ ਇਹ ਕੀ ਆ ਡੈਮੋਕ੍ਰੈਟਿਕ ਹੁੰਦਾ ਵਾ ਵੀ ਇਹ ਸਾਰੇ ਬੰਦੇ ਇਕੱਠੇ ਮਿਲ ਕੇ ਇਸ ਬਿਜ਼ਨਸ ਨੂੰ ਚਲਾਉਂਦੇ ਆ ਅਤੇ ਇਹਦੇ ਵਿੱਚ ਕੋਈ ਵੀ ਪਾਰਸ਼ੈਲਿਟੀ ਨਹੀਂ ਹੁੰਦੀ ਅਤੇ ਉਹਨਾਂ ਦੇ ਅਕੋਰਡਿੰਗ ਹੀ ਇੱਕ ਜਿਹੜਾ ਪਰਸਨ ਹੁੰਦਾ ਵਾ ਜਿਹੜਾ ਕਿ ਉਹਨਾਂ ਨੂੰ ਲੀਡ ਕਰਦਾ ਹੁੰਦਾ ਜਾਂ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਵਾ, ਜਿਹੜਾ ਕਿ ਸਾਰੇ ਸੁਸਾਇਟੀ ਦੇ ਵਰਕ ਨੂੰ ਚੈੱਕ ਆਊਟ ਕਰਦਾ ਵਾ। ਨੈਕਸਟ ਹੈਗਾ ਵਾ ਟਾਈਪਸ ਆਫ ਕੋਆਪਰੇਟਿਵ ਸੁਸਾਇਟੀ। ਕੋਆਪਰੇਟਿਵ ਸੁਸਾਇਟੀਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਪਹਿਲਾ ਹੈਗਾ ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀ, ਉਹ ਬੰਦੇ ਹੁੰਦੇ ਆ ਜਿਹੜੇ ਕਿ ਚੀਜ਼ਾਂ ਬਣਾਉਂਦੇ ਨੇ ਅਤੇ ਉਹ ਸਾਰੇ ਜਣੇ ਇਕੱਠੇ ਹੋ ਜਾਂਦੇ ਆ, ਕਿਉਂਕਿ ਉਹਨਾਂ ਦਾ ਜਿਹੜਾ ਵਰਕ ਹੁੰਦਾ ਵਾ ਉਹ ਸਾਰੇ ਇਕੱਠੇ ਮਿਲ ਕੇ ਕਰ ਸਕਦੇ, ਕਿਉਂਕਿ ਇਹਨਾਂ ਵਿੱਚ ਕੀ ਹੁੰਦੇ ਆ ਪ੍ਰੋਡਿਊਸਰ ਦੇ ਵਿੱਚ ਛੋਟੇ ਵੀ ਹੋ ਸਕਦੇ, ਵੱਡੇ ਵੀ ਹੋ ਸਕਦੇ, ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਆ, ਤਾਂ ਜੋ ਕੀ ਹੈ ਜਿਹੜਾ ਬੈਨੀਫਿਟ ਅਰਾਈਜ਼ ਹੋਵੇ ਅਤੇ ਜਿਹੜੀ ਕਾਸਟ ਆ ਉਹ ਸਾਰਿਆਂ ਵਿੱਚ ਵੰਡੀ ਜਾਵੇ ਅਤੇ ਬੈਨੀਫਿਟ ਸਭ ਨੂੰ ਮਿਲ ਸਕੇ। ਇਹ ਜ਼ਿਆਦਾਤਰ ਜਿਹੜਾ ਹੁੰਦਾ ਫਾਰਮਿੰਗ ਇੰਡਸਟਰੀਜ਼ ਇਹ ਪ੍ਰੋਡਿਊਸਰ ਕੋਆਪਰੇਟਿਵ ਸੁਸਾਇਟੀ ਨੂੰ ਯੂਜ਼ ਕਰਦੇ ਨੇ। ਕੰਜ਼ਿਊਮਰ ਕੋਆਪਰੇਟਿਵ ਸੁਸਾਇਟੀ ਉਹ ਸੁਸਾਇਟੀਜ਼ ਹੁੰਦੀਆਂ ਨੇ ਵੀ ਜਿਨ੍ਹਾਂ ਦੇ ਕੋਲ ਕੀ ਹੁੰਦਾ ਵਾ ਘੱਟ ਪੈਸੇ ਹੁੰਦੇ ਆ ਅਤੇ ਇਹ ਕੀ ਕਰਦੇ ਆ ਆਪਸ ਦੇ ਵਿੱਚ ਕੰਬਾਈਨਡ ਹੋ ਜਾਂਦੇ ਆ ਅਤੇ ਬਲਕ ਦੇ ਵਿੱਚ ਕੋਈ ਚੀਜ਼ ਪਰਚੇਸ ਕਰਦੇ ਆ, ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਪਰਚੇਸ ਕਰਕੇ ਉਹਨਾਂ ਦਾ ਜਿਹੜਾ ਕਾਸਟ ਪ੍ਰਾਈਸ ਉਹ ਘੱਟ ਜਾਂਦਾ ਵਾ, ਤਾਂ ਜੋ ਸਾਰੇ ਬੰਦਿਆਂ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲ ਸਕੇ, ਕਿਉਂਕਿ ਉਹ ਨੈਸੈਸਰੀ ਚੀਜ਼ਾਂ ਹੁੰਦੀਆਂ ਨੇ। ਜ਼ਿਆਦਾਤਰ ਇਹੋ ਜਿਹੀਆਂ ਨੈਸੈਸਰੀ ਚੀਜ਼ਾਂ ਦੇ ਉੱਤੇ ਹੀ ਕੰਜ਼ਿਊਮਰ ਕੋਆਪਰੇਟਿਵ ਸੁਸਾਇਟੀ ਬਣਾਈ ਜਾਂਦੀ ਹੈ। ਨੈਕਸਟ ਹੈਗੀ ਆ ਕੋਆਪਰੇਟਿਵ ਗਰੁੱਪ ਆਫ ਟੂ ਦੀ ਹਾਊਸਿੰਗ ਸੁਸਾਇਟੀ, ਇਹਨਾਂ ਦਾ ਮੇਨ ਕੰਮ ਕੀ ਹੁੰਦਾ ਵਾ ਵੀ ਲੋਕਾਂ ਨੂੰ ਕੀ ਆ ਹਾਊਸ ਪ੍ਰੋਵਾਈਡ ਕਰਵਾਉਣੀਆਂ, ਤਾਂ ਜੋ ਜਿਹੜੇ ਪਰਸਨ ਨੂੰ ਕੰਮ ਦੀ ਲੋੜ ਪੈਂਦੀ ਆ ਜਾਂ ਕਿਸੇ ਵੀ ਫਾਈਨੈਂਸ ਦੀ ਲੋੜ ਪੈਂਦੀ ਆ, ਜਿਵੇਂ ਹੁਣ ਸਾਡੇ ਗੌਰਮੈਂਟ ਨੇ ਕੀ ਆ ਇੱਕ ਸਕੀਮ ਚਲਾਈ ਹੋਈ ਸੀ ਜਿਹਦੇ ਵਿੱਚ ਆਵਾਸ ਯੋਜਨਾ, ਜਿਹਦਾ ਮਤਲਬ ਕੀ ਸੀਗਾ ਵੀ ਹਾਊਸ ਪ੍ਰੋਵਾਈਡ ਕਰਨੇ ਜਿਹੜੇ ਪੂਅਰ ਨੇ ਉਹ ਆਪਣਾ ਉੱਥੇ ਬਾਇਓਡਾਟਾ ਦੇ ਕੇ ਅਤੇ ਉੱਥੋਂ ਅਮਾਊਂਟ ਜਿਹੜੀ ਹੈ ਗੌਰਮੈਂਟ ਥੋੜ੍ਹੀ ਜਿਹੀ ਉਹਨਾਂ ਦੀ ਹੈਲਪ ਕਰਦੀ ਸੀਗੀ, ਤਾਂ ਜੋ ਉਹ ਕੀ ਆਪਣਾ ਜਿਹੜਾ ਘਰ ਉਹ ਖਰੀਦ ਸਕਣ। ਨੈਕਸਟ ਹੈਗਾ ਵਾ ਥ੍ਰਿਫਟ ਐਂਡ ਕ੍ਰੈਡਿਟ
ਕੋਆਪਰੇਟਿਵ ਸੁਸਾਇਟੀ। ਇਹਨਾਂ ਦਾ ਮੇਨ ਮਤਲਬ ਕੀ ਹੁੰਦਾ ਸੀ, ਇਹ ਸਾਰੇ ਜਗ੍ਹਾ ਪੈਸੇ ਕਲੈਕਟ ਕਰ ਲੈਂਦੇ ਸੀ ਮੈਂਬਰ, ਅਤੇ ਜਿਹੜੇ ਪਰਸਨ ਨੂੰ ਲੋੜ ਹੁੰਦੀ ਸੀ ਉਹਨੂੰ ਲੋਐਸਟ ਰੇਟ ਦੇ ਉੱਤੇ, ਇੰਟਰਸਟ ਰੇਟ ਦੇ ਉੱਤੇ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ, ਅਤੇ ਉਹ ਆਪਣਾ ਵਰਕ ਕਰ ਲੈਂਦਾ ਸੀ। ਅਤੇ ਉਹਨਾਂ ਨੂੰ ਵੀ ਰੀਪੇਮੈਂਟ ਦੀ ਵੀ ਹੁੰਦਾ ਸੀ, ਵੀ ਜਦੋਂ ਜਿਹੜਾ ਰੀਪੇਮੈਂਟ ਆਉਂਦਾ ਸੀ ਅਤੇ ਜਿੰਨਾ ਉਹਨਾਂ ਨੂੰ ਥੋੜ੍ਹਾ ਬਹੁਤਾ ਪ੍ਰੋਫਿਟ ਹੁੰਦਾ ਸੀ ਤਾਂ ਉਹ ਆਪਸ ਦੇ ਵਿੱਚ ਵੰਡ ਲੈਂਦੇ ਸੀ। ਮਾਰਕੀਟਿੰਗ ਕੋਆਪਰੇਟਿਵ ਸੁਸਾਇਟੀ ਇਹ ਮਾਰਕੀਟ ਦਾ ਕੰਮ ਕਰਨ ਦਾ ਕੰਮ ਹੁੰਦਾ ਸੀ, ਵੀ ਜਿਹੜੀ ਚੀਜ਼ ਬਣਾ ਲਈ ਤਾਂ ਉਹਨਾਂ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ, ਆਪਣੀ ਚੀਜ਼ ਦੇ ਪ੍ਰੋਡਕਟ ਦੇ ਬਾਰੇ ਫੀਚਰਸ ਕਿਵੇਂ ਦੱਸਣੇ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਕੀਤੀਆਂ ਜਾਂਦੀਆਂ ਸੀ। ਇਹਦੇ ਵਿੱਚ ਗਰੁੱਪ ਆਫ ਪਰਸਨਸ ਇਕੱਠੇ ਹੋ ਕੇ ਆਪਣੀ ਚੀਜ਼ ਦੀ ਕੀ ਆ ਮਾਰਕੀਟਿੰਗ ਕਰਦੇ ਨੇ। ਨੈਕਸਟ ਹੈ ਸਾਡੇ ਕੋਲ ਮੈਰਿਟਸ ਆਫ ਕੋਆਪਰੇਟਿਵ ਸੁਸਾਇਟੀ। ਕੋਆਪਰੇਟਿਵ ਸੁਸਾਇਟੀ ਦੇ ਬਣਾਉਣ ਦਾ ਸਾਨੂੰ ਕੀ ਕੀ ਫਾਇਦੇ ਹੋਏ ਨੇ। ਪਹਿਲਾਂ ਦੇਖਦੇ ਹਾਂ ਈਜ਼ੀ ਆਫ ਫਾਰਮੇਸ਼ਨ। ਇਹਨੂੰ ਕੋਈ ਵੀ ਬੰਦਾ ਤੇ ਈਜ਼ੀਲੀ ਢੰਗ ਦੇ ਨਾਲ ਬਣਾਇਆ ਜਾ ਸਕਦਾ ਵਾ। ਇਹਦੇ ਵਿੱਚ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਆਰਗੇਨਾਈਜੇਸ਼ਨ ਬਣਾ ਲੈਂਦੇ ਆ ਅਤੇ ਉਹਦੇ ਵਿੱਚ ਉਹ ਸਾਰੇ ਜਣੇ ਮਿਲ ਜੁਲ ਕੇ ਕੰਮ ਕਰਦੇ ਆ। ਇਕੁਐਲਿਟੀ ਇਨ ਦੀਆਂ ਵੋਟਿੰਗ ਰਾਈਟਸ। ਇਹਨਾਂ ਵਿੱਚ ਇੱਕ ਤਰ੍ਹਾਂ ਦਾ ਵੋਟਿੰਗ ਰਾਈਟ ਹੁੰਦਾ, ਕਿਉਂਕਿ ਇਹ ਡੈਮੋਕ੍ਰੇਟਿਕ ਹੁੰਦੀ ਹੈ, ਤਾਂ ਇਸ ਕਰਕੇ ਕੀ ਆ ਲੋਕਤਾਂਤਰਿਕ ਹੋਣ ਦੇ ਕਰਕੇ ਇਹਦੇ ਵਿੱਚ ਜਿੰਨੇ ਵੀ ਬੰਦੇ ਨੇ ਉਹਨਾਂ ਸਾਰਿਆਂ ਨੂੰ ਵੋਟ ਕਰਨ ਦਾ ਅਧਿਕਾਰ ਹੁੰਦਾ, ਅਤੇ ਜਿੱਥੇ ਜ਼ਿਆਦਾ ਮੈਜੋਰਟੀ ਦੇ ਵਿੱਚ ਵੋਟਸ ਪੈ ਜਾਂਦੀਆਂ ਤਾਂ ਉਹ ਜਿਹੜਾ ਰੂਲ ਹੁੰਦਾ ਜਾਂ ਪਾਲਿਸੀ ਹੁੰਦੀ ਆ ਉਹ ਪਾਸ ਆਊਟ ਹੋ ਜਾਂਦੀ ਹੈ। ਨੈਕਸਟ ਹੈਗਾ ਵਾ ਡੈਮੋਕ੍ਰੇਟਿਕ ਫੰਕਸ਼ਨ। ਡੈਮੋਕ੍ਰੇਟਿਕ ਹੁਣੀ ਗੱਲ ਕੀਤੀ ਹੈ ਵੀ ਇਹ ਕੀ ਆ ਲੋਕਤਾਂਤਰਿਕ ਆ, ਵੀ ਸਾਰੇ ਬੰਦਿਆਂ ਨੂੰ ਇਕੁਅਲ ਰਾਈਟਸ ਹੁੰਦੇ ਆ, ਚਾਹੇ ਉਹ ਅਮੀਰ ਹੋਵੇ ਚਾਹੇ ਗਰੀਬ ਹੋਵੇ, ਚਾਹੇ ਵੱਧ ਕੰਟਰੀਬਿਊਸ਼ਨ ਕੀਤੀ ਹੈ ਘੱਟ ਕੰਟਰੀਬਿਊਸ਼ਨ, ਸਾਰਿਆਂ ਨੂੰ ਇਕੁਅਲ ਰਾਈਟ ਆ ਅਤੇ ਉਹ ਵੋਟ ਕਰਕੇ ਉਸ ਪਾਲਿਸੀ ਨੂੰ ਇੰਪਲੀਮੈਂਟ ਕਰਵਾ ਸਕਦੇ ਆ। ਲਿਮਿਟਡ ਲਾਇਬਿਲਿਟੀਜ਼। ਇਹਨਾਂ ਵਿੱਚ ਜਿਹੜੀਆਂ ਦੇਣਦਾਰੀਆਂ ਲਿਮਿਟਡ ਹੁੰਦੀਆਂ ਨੇ, ਜਾਣੀ ਕਿ ਇਹ ਜਿੰਨਾ ਪੈਸਾ ਉਹ ਸੁਸਾਇਟੀ ਅਰਨ ਕਰੇਗੀ ਜਾਂ ਉਹ ਜਿੰਨਾ ਪੈਸਾ ਜਿੱਥੇ ਵੀ ਦੇਵੇਗੀ ਤਾਂ ਉਹਨਾਂ ਦੀ ਦੇਣਦਾਰੀ ਸਿਰਫ ਉੱਥੇ ਤੱਕ ਹੀ ਆ, ਉਹਨਾਂ ਦੀ ਕੋਈ ਪਰਸਨਲ ਲਾਇਬਿਲਿਟੀਜ਼ ਇਹਦੇ ਵਿੱਚ ਨਹੀਂ ਬਣਨਗੀਆਂ, ਅਤੇ ਉਹ ਸਿਰਫ ਲਿਮਿਟਡ ਲਾਇਬਿਲਿਟੀਜ਼ ਹੁੰਦੀ ਹੈ ਵੀ ਜਿੰਨਾ ਪੈਸਾ ਲਗਾਓਗੇ ਉਨੀ ਹੀ ਦੇਣਦਾਰੀ ਉਹਨਾਂ ਦੀ ਐਗਜ਼ਿਸਟੈਂਸ ਹੁੰਦੀ ਹੈ। ਨੈਕਸਟ ਹੈਗਾ ਵਾ ਕੰਟੀਨਿਊਸ ਐਗਜ਼ਿਸਟੈਂਸ। ਇਹ ਬਿਜ਼ਨਸ ਜਿਹੜਾ ਵਾ ਇਹ ਕੰਟੀਨਿਊਸਲੀ ਚੱਲਦਾ ਰਹਿੰਦਾ ਵਾ, ਤਾਂ ਜੋ ਕੀ ਆ ਵੀ ਜਿਹੜਾ ਬਿਜ਼ਨਸ ਆ ਉਹ ਈਜ਼ੀਲੀ ਗਰੋ ਕਰ ਸਕੇ ਅਤੇ ਆਪਣੇ ਆਪ ਹੀ ਜਿਹੜੀਆਂ ਚੀਜ਼ਾਂ ਨੇ ਅਸੀਂ ਉਹਨੂੰ ਅਚੀਵ ਕਰ ਸਕੀਏ। ਨੈਕਸਟ ਹੈਗਾ ਵਾ ਗੌਰਮੈਂਟ ਅਸਿਸਟੈਂਸ। ਵੀ ਇਹਦੇ ਵਿੱਚ ਗੌਰਮੈਂਟ ਜਿਹੜੀ ਆ ਉਹ ਵੀ ਇੱਕ ਤਰ੍ਹਾਂ ਦਾ ਰੋਲ ਪਲੇ ਕਰਦੀ ਹੈ, ਤਾਂ ਜੋ ਕੀ ਹੈ ਇਹ ਜ਼ਿਆਦਾਤਰ ਇਹ ਸੁਸਾਇਟੀਜ਼ ਜਿਹੜੀਆਂ ਹੁੰਦੀਆਂ ਨੇ ਇਹ ਰੂਰਲ ਏਰੀਆ ਜਾਂ ਵਿਲੇਜਸ ਦੇ ਵਿੱਚ ਮਿਲਦੀਆਂ ਨੇ, ਤਾਂ ਗੌਰਮੈਂਟ ਇਹਨਾਂ ਨੂੰ ਸਪੋਰਟ ਕਰਦੀ ਆ ਫਾਈਨੈਂਸ਼ੀਅਲੀ ਤੌਰ 'ਤੇ, ਸੋਸ਼ਲੀ ਤੌਰ 'ਤੇ, ਅਤੇ ਇਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਦੀ ਆ, ਤਾਂ ਜੋ ਕੀ ਹੈ ਇਹ ਸਾਰੇ ਪਰਸਨ ਵਧੀਆ ਢੰਗ ਦੇ ਨਾਲ ਇਸ ਨੂੰ ਆਪਰੇਟ ਕਰ ਸਕਣ ਅਤੇ ਆਪਣੀ ਗਰੋਥ ਕਰ ਸਕਣ। ਫੇਅਰ ਡੀਲਿੰਗ। ਇਹਦੇ ਵਿੱਚ ਜਿਹੜੀ ਡੀਲਿੰਗ ਕੀਤੀ ਜਾਂਦੀ ਹੈ, ਯਾਨੀ ਕਿ ਜਿਹੜੀਆਂ ਵੀ ਟ੍ਰਾਂਜੈਕਸ਼ਨਾਂ ਕੀਤੀਆਂ ਜਾਂਦੀਆਂ ਨੇ ਉਹ ਫੇਅਰ ਹੁੰਦੀਆਂ ਨੇ, ਯਾਨੀ ਕਿ ਸਾਰੇ ਪਰਸਨ ਨੂੰ ਇਹਨਾਂ ਬਾਰੇ ਪਤਾ ਹੁੰਦਾ ਵਾ ਅਤੇ ਉਹ ਵਧੀਆ ਢੰਗ ਦੇ ਨਾਲ ਇਹਦੀ ਟ੍ਰੇਨਿੰਗ ਕਰਕੇ ਆਪਣਾ ਜਿਹੜਾ ਹੱਕ ਬਣਦਾ ਵਾ ਉਹ ਲੈ ਸਕਦੇ ਨੇ। ਨੈਕਸਟ ਹੈ ਸਾਡੇ ਕੋਲ ਇਹਦੀਆਂ ਕੁਝ ਕੁ ਲਿਮਿਟੇਸ਼ਨ ਜਾਂ ਤੁਸੀਂ ਕਹਿ ਦਿਓ ਇਹਦੀਆਂ ਕੁਝ ਡਿਸਐਡਵਾਂਟੇਜ ਵੀ ਨੇ, ਜਿਵੇਂ ਕਿ ਫਸਟ ਹੈਗਾ ਲਿਮਿਟਡ ਰਿਸੋਰਸ। ਇਹਨਾਂ ਕੋਲ ਜਿਹੜਾ ਰਿਸੋਰਸ ਹੁੰਦਾ ਉਹ ਲਿਮਿਟਡ ਹੁੰਦਾ, ਕਿਉਂਕਿ ਜਿਹੜੇ ਪਰਸਨ ਹੁੰਦੇ ਆ ਇਹ ਸੁਸਾਇਟੀ ਉਦੋਂ ਬਣਦੀ ਹੈ ਜਦੋਂ ਉਹਨਾਂ ਕੋਲ ਫਾਈਨੈਂਸ ਦੀ ਕਮੀ ਹੋਵੇ ਜਾਂ ਕਿਸੇ ਚੀਜ਼ ਦੀ ਕਮੀ ਹੋਵੇ, ਤਾਂ ਇਹਨਾਂ ਦੇ ਰਿਸੋਰਸ ਸਿਰਫ ਉਹੀ ਹੋਣਗੇ ਜਿਹੜੇ ਮੈਂਬਰਸ ਆਪਣੇ ਅਕੋਰਡਿੰਗ ਦੇ ਦੇਣਗੇ। ਇਸ ਤੋਂ ਇਲਾਵਾ ਉਹ ਇਹਨਾਂ ਦਾ ਕੋਈ ਹੋਰ ਰਿਸੋਰਸ ਲੈ ਕੇ ਆਉਣ ਦਾ ਸਾਧਨ ਨਹੀਂ ਹੁੰਦਾ। ਨੈਕਸਟ ਹੈਗਾ ਵਾ ਇਨਸਫੀਸ਼ੈਂਸੀ ਆਫ ਇਨ ਮੈਨੇਜਮੈਂਟ। ਜਿਵੇਂ ਮੈਨੇਜਮੈਂਟ ਜਿਹੜੀ ਕਰਨੀ ਪੈਂਦੀ, ਕਿਉਂਕਿ ਨੰਬਰ ਆਫ ਪਰਸਨ ਇਨਕਲੂਡ ਹੋ ਜਾਂਦੇ ਆ, ਤਾਂ ਉਹਨਾਂ ਨੂੰ ਸਹੀ ਢੰਗ ਨਾਲ ਵਰਕ ਕਰਵਾਉਣਾ ਜਾਂ ਕਿਸ ਤਰੀਕੇ ਨਾਲ ਸਾਰਾ ਕੰਮ ਹੈਂਡਲ ਕਰਨਾ, ਇਸ ਚੀਜ਼ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਨੰਬਰ ਆਫ ਪਰਸਨਸ ਜੁੜ ਜਾਂਦੇ ਆ, ਬਟ ਇਹਦੇ ਨਾਲ ਕੀ ਹੁੰਦਾ ਵਾ, ਪਰ ਕੋਈ ਵੀ ਪਰਸਨ ਇੱਕ ਦੂਸਰੇ ਦੀ ਕਹਿਣਾ ਨਹੀਂ ਮੰਨਦਾ, ਕਿਉਂਕਿ ਇਕੁਅਲ ਰਾਈਟਸ ਆ ਉਹਨਾਂ ਵੋਟਸ ਦਾ, ਤਾਂ ਆਪਣੇ ਅਕੋਰਡਿੰਗ ਉਹ ਸਾਰੀਆਂ ਚੀਜ਼ਾਂ ਰਨ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਕਰਕੇ ਇੱਥੇ ਮਿਸਮੈਨੇਜਮੈਂਟ ਹੋ ਜਾਂਦੀ ਹੈ ਅਤੇ ਇਹਨਾਂ ਨੂੰ ਬਾਅਦ ਵਿੱਚ ਸਫਰ ਕਰਨੀਆਂ ਪੈਂਦੀਆਂ ਅਤੇ ਸੁਸਾਇਟੀ ਜਿਹੜੀਆਂ ਨੇ ਉਹ ਪ੍ਰੋਪਰ ਸਕਸੈਸਫੁਲ ਨਹੀਂ ਹੋ ਪਾਉਂਦੀਆਂ। ਲੈਕ ਆਫ ਟੂ ਦੀਆਂ ਸੀਕਰੇਸੀ। ਇਹਦੇ ਵਿੱਚ ਜਿਹੜੀ ਸੀਕਰੇਸੀ ਹੈ ਯਾਨੀ ਕਿ ਗੋਪਨੀਯਤਾ ਹੁੰਦੀ ਆ, ਜਾਂ ਜਿਹੜੀਆਂ ਚੀਜ਼ਾਂ ਲੁਕਾਉਣ ਵਾਲੀਆਂ ਹੁੰਦੀਆਂ ਉਹ ਨਹੀਂ ਲੁਕਦੀਆਂ ਹੈਗੀਆਂ, ਕਿਉਂਕਿ ਨੰਬਰ ਆਫ ਸੁਸਾਇਟੀਜ਼ ਹੁੰਦੀਆਂ ਨੇ ਅਤੇ ਨੰਬਰ ਆਫ ਪਰਸਨਸ ਹੁੰਦੇ ਆ, ਤਾਂ ਉਹ ਇੱਕ ਦੂਸਰੇ ਨਾਲ ਜ਼ਰੂਰ ਗੱਲ ਕਰਦੇ ਆ, ਜਾਂ ਉਹ ਇੱਕ ਦਾ ਸੀਕਰੇਟ ਦੂਸਰੇ ਨਾਲ ਸ਼ੇਅਰ ਕਰਦੇ ਆ ਪੈਸਿਆਂ ਦੇ ਲਈ ਜਾਂ ਕਿਸੇ ਹੋਰ ਚੀਜ਼ ਦੇ ਲਈ, ਤਾਂ ਇਸ ਕਰਕੇ ਜਿਹੜੇ ਵੀ ਡਿਸੀਜ਼ਨ ਲਏ ਜਾਂਦੇ ਆ ਉਹ ਕੀ ਆ ਓਪਨ ਹੋ ਜਾਂਦੇ ਆ, ਅਤੇ ਇਹਦੇ ਵਿੱਚ ਸੀਕਰੇਸੀ ਦੀ ਪ੍ਰੋਬਲਮ ਅਰਾਈਜ਼ ਹੁੰਦੀ ਹੈ। ਗੌਰਮੈਂਟ ਕੰਟਰੋਲ। ਇਹਦੇ ਵਿੱਚ ਜ਼ਿਆਦਾਤਰ ਕੰਟਰੋਲ ਜਿਹੜਾ ਹੁੰਦਾ ਗੌਰਮੈਂਟ ਦਾ ਹੁੰਦਾ, ਚਾਹੇ ਇਹਦੇ ਵਿੱਚ ਪ੍ਰਾਈਵੇਟ ਪਰਸਨ ਇੱਕ ਦੂਸਰੇ ਨਾਲ ਕਨੈਕਟ ਹੋ ਜਾਣ, ਪਰ ਇਹ ਕੀ ਆ ਗੌਰਮੈਂਟ ਦੇ ਅੰਡਰ ਰਜਿਸਟਰਡ ਹੁੰਦੇ ਆ, ਗੌਰਮੈਂਟ ਇਹਦੇ ਉੱਤੇ ਕੰਟਰੋਲ ਕਰਦੀ ਹੈ ਅਤੇ ਗੌਰਮੈਂਟ ਦੇ ਅਕੋਰਡਿੰਗ ਹੀ ਇਹਦੇ ਵਿੱਚ ਸਾਰਾ ਵਰਕ ਹੁੰਦਾ ਵਾ, ਤਾਂ ਕਰਕੇ ਇਹ ਜਿੰਨੇ ਵੀ ਪਰਸਨ ਨੇ ਉਹ ਆਪਣੇ ਫਰੀਲੀ ਇਸ ਚੀਜ਼ ਨੂੰ ਵਰਕ ਨਹੀਂ ਕਰ ਪਾਉਂਦੇ। ਡਿਫਰੈਂਸਿਸ ਆਫ ਓਪੀਨੀਅਨ। ਹੁਣ ਜਿੰਨੇ ਨੰਬਰ ਆਫ ਪਰਸਨਸ ਹੋਣਗੇ ਤਾਂ ਉਹਨਾਂ ਸਾਰਿਆਂ ਦੇ ਓਪੀਨੀਅਨ ਜਿਹੜੇ ਹੋਣਗੇ ਡਿਫਰੈਂਟ ਹੋਣਗੇ, ਤਾਂ ਉਹ ਕੋਈ ਵੀ ਇੱਕ ਸਿੰਗਲ ਓਪੀਨੀਅਨ ਦੇ ਲਈ ਵਰਕ ਨਹੀਂ ਕਰਦਾ, ਉਹ ਸਾਰੇ ਆਪਣੇ ਲਈ ਬੈਨੀਫਿਟ ਦੇ ਲਈ ਵਰਕ ਕਰਦੇ ਆ, ਤਾਂ ਕਰਕੇ ਜਿਹੜੀਆਂ ਸੁਸਾਇਟੀਜ਼ ਨੇ ਉਹ ਪ੍ਰੋਪਰ ਸਕਸੈਸਫੁਲ ਹੋ ਨਹੀਂ ਪਾਉਂਦੀਆਂ। ਲਾਸਟ ਵਨ ਹੈਗਾ ਨੋ ਮੋਟੀਵੇਸ਼ਨ। ਇਹਨਾਂ ਵਿੱਚ ਜ਼ਿਆਦਾਤਰ ਕੋਈ ਰਿਵਾਰਡਸ ਜਾਂ ਮੋਟੀਵੇਸ਼ਨ ਨਹੀਂ ਦਿਖਦਾ ਹੁੰਦਾ ਵਾ, ਤਾਂ ਕਰਕੇ ਜਿਹੜੀਆਂ ਸੁਸਾਇਟੀ ਨੇ ਉਹ ਪ੍ਰੋਪਰ ਵਰਕਆਊਟ ਨਹੀਂ ਕਰ ਪਾਉਂਦੀਆਂ ਅਤੇ ਇਹਨਾਂ ਦੀ ਸਰਵਾਈਵਲ ਨਹੀਂ ਹੋ ਪਾਉਂਦੀ ਹੈਗੀ ਸੁਸਾਇਟੀ ਦੇ ਵਿੱਚ। ਨੈਕਸਟ ਹੈਗਾ ਵਾ ਵਨ ਪਰਸਨ ਕੰਪਨੀ। ਇੱਕ ਬੰਦੇ ਦੁਆਰਾ ਜਿਹੜੀ ਚਲਾਈ ਜਾਂਦੀਆਂ ਕੰਪਨੀਆਂ ਨੇ ਉਹਨੂੰ ਅਸੀਂ ਕਹਿੰਦੇ ਹਾਂ ਵਨ ਪਰਸਨ ਕੰਪਨੀ ਕਹਿੰਦੇ ਹਾਂ। ਦੀ ਵਨ ਪਰਸਨ ਕੰਪਨੀ ਇਜ਼ ਦੀ ਪ੍ਰਾਈਵੇਟ ਕੰਪਨੀ ਵਿਚ ਕੈਨ ਬੀ ਇਨਕੋਰਪੋਰੇਟ ਵਿਦ ਦੀ ਵਨ ਪਰਸਨਸ ਮੈਂਬਰ ਓਨਲੀ। ਇਹਦੇ ਵਿੱਚ ਸਿਰਫ ਇੱਕ ਹੀ ਬੰਦਾ ਹੁੰਦਾ ਜਿਹੜਾ ਕਿ ਪ੍ਰਾਈਵੇਟਲੀ ਆਪਣਾ ਬਿਜ਼ਨਸ ਰਨ ਕਰਨ ਦੀ ਕੋਸ਼ਿਸ਼ ਕਰਦਾ ਅਤੇ ਉਹ ਇਕੱਲਾ ਹੀ ਉਹਦਾ ਮਾਲਕ ਹੁੰਦਾ ਵਾ। ਵਨ ਪਰਸਨ ਕੈਨ ਬੀ ਮੈਂਬਰ ਆਫ ਦੀ ਵਨ ਓਨਲੀ ਵਨ OPC, ਯਾਨੀ ਕਿ ਵਨ ਮੈਂਬਰ ਪਰਸਨ ਕੰਪਨੀ ਦੇ ਵਿੱਚ ਸਿਰਫ ਇੱਕ ਹੀ ਬੰਦਾ ਉਹਦਾ ਮੈਂਬਰ ਬਣ ਸਕਦਾ। ਇਨ ਦੀ ਕੇਸ ਆਫ ਸ਼ੀ ਹੈਜ਼ ਬਿਕਮਸ ਟੂ ਦੀ ਮਿਰਰ ਏਰੀਆ ਆਫ 2 and more companies, then she and he must be withdraw their membership from to the other company within 180 days। ਵੀ ਜੇਕਰ ਉਹ ਬੰਦੇ ਨੇ ਇੱਕ ਜਾਂ ਇੱਕ ਤੋਂ ਵੱਧ ਕੰਪਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਕੰਪਨੀਆਂ ਦੇ ਵਿੱਚ ਉਹਦਾ ਹਿੱਸਾ ਹੈ ਤਾਂ ਉਹਨੂੰ ਕੀ ਆ
ਇਹਨਾਂ ਕੰਪਨੀਆਂ ਤੋਂ ਆਪਣਾ ਨਾਮ ਵਾਈਕਆਊਟ ਕਰਨਾ ਪਏਗਾ 180 ਦਿਨਾਂ ਦੇ ਵਿੱਚ, ਨਹੀਂ ਫਿਰ ਇਹਦੀ ਜਿਹੜੀ ਕੰਪਨੀ ਆ ਉਹ ਇਨਵੈਲਿਡ ਹੋ ਜਾਏਗੀ ਅਤੇ ਉਹ ਪ੍ਰੋਪਰ ਰਨ ਨਹੀਂ ਕਰ ਪਾਏਗੀ। ਜਾਣੀ ਕਿ ਸਿੰਗਲ ਪਰਸਨ ਹੀ ਇਸ ਚੀਜ਼ ਨੂੰ ਆਪਰੇਟ ਕਰੇਗਾ, ਉਹ ਸਿੰਗਲ ਹੀ ਡਾਇਰੈਕਟਰ ਹੋਵੇਗਾ, ਸਿੰਗਲ ਹੀ ਪੈਸਾ ਲਾਵੇਗਾ ਅਤੇ ਸਿੰਗਲ ਹੀ ਸਾਰੀਆਂ ਚੀਜ਼ਾਂ ਦੇ ਲਈ ਰਿਲਾਇਬਲ ਹੁੰਦਾ ਵਾ। ਨੈਕਸਟ ਹੈਗਾ ਇਹਦੇ ਫੀਚਰਸ ਕੀ ਨੇ। ਪਹਿਲਾ ਹੈਗਾ ਮੈਨੇਜਮੈਂਟ ਐਂਡ ਕੰਟਰੋਲ। ਇਹਦੇ ਵਿੱਚ ਇਕੱਲਾ ਬੰਦਾ ਹੁੰਦਾ ਤਾਂ ਉਹੀ ਬੰਦਾ ਇਸ ਚੀਜ਼ ਨੂੰ ਰਨ ਕਰਦਾ ਵਾ ਜਿਹਨੂੰ ਪ੍ਰੋਪਰ ਨੌਲੇਜ ਹੁੰਦੀ ਹੈ ਕਿਸ ਤਰੀਕੇ ਨਾਲ ਅਸੀਂ ਵਰਕਰ ਤੋਂ ਕੰਮ ਲੈਣਾ ਵਾ ਅਤੇ ਕਿਸ ਤਰੀਕੇ ਨਾਲ ਉਹਨਾਂ ਉੱਤੇ ਕੰਟਰੋਲ ਰੱਖਣਾ ਵਾ। ਨੈਕਸਟ ਹੈਗਾ ਪ੍ਰਿਸਪੈਕਚੁਅਲ ਸਕਸੈਸ਼ਨ। ਇਹਦੇ ਵਿੱਚ ਕੀ ਆ, ਉਹ ਜ਼ਿਆਦਾਤਰ ਇਹ ਸੋਚ ਕੇ ਚੱਲਦਾ ਵੀ ਮੈਂ ਕੀ ਹਮੇਸ਼ਾ ਸਫਲਤਾ ਵੱਲ ਚੱਲੂੰਗਾ, ਕਿਉਂਕਿ ਹਰ ਇੱਕ ਪਰਸਨ ਜਿਹੜਾ ਹੈ ਜਾਂ ਬਿਜ਼ਨਸ ਸਟਾਰਟ ਕਰਦਾ ਹੁੰਦਾ ਵਾ ਉਹ ਇਹ ਸੋਚ ਕੇ ਚੱਲਦਾ ਹੁੰਦਾ ਵੀ ਮੈਂ ਇਕੱਲਾ ਹੀ ਇਸ ਚੀਜ਼ ਨੂੰ ਰਨ ਕਰੂੰਗਾ, ਮੈਨੂੰ ਕਿਸੇ ਹੋਰ ਪਰਸਨ ਦੀ ਸਪੋਰਟ ਦੀ ਲੋੜ ਨਹੀਂ ਪਏਗੀ। ਤਾਂ ਉਹ ਇਸ ਚੀਜ਼ ਨੂੰ ਲੈ ਕੇ ਹੀ ਉਹ ਇਹ ਬਿਜ਼ਨਸ ਨੂੰ ਸਟਾਰਟ ਕਰਦਾ ਵਾ। ਸੈਪਰੇਟ ਫਾਈਨੈਂਸ। ਇਹਦੇ ਵਿੱਚ ਜਿਹੜਾ ਫਾਈਨੈਂਸ ਹੁੰਦਾ ਉਹ ਸੈਪਰੇਟ ਹੁੰਦਾ ਵਾ ਵੀ ਕਾਮਨ ਪਰਸਨ ਜਿਹੜਾ ਉਹ ਇਕੱਲਾ ਬੰਦਾ ਵਾ ਉਹ ਆਪਣਾ ਫਾਈਨੈਂਸ ਲਗਾਏਗਾ, ਪਰ ਉਹ ਐਕਸਟਰਨਲ ਫੈਕਟਰ ਤੋਂ ਵੀ ਪੈਸਾ ਲੈ ਸਕਦਾ, ਪਰ ਡਿਪੈਂਡ ਕਰੇਗਾ ਉਹਦੀ ਰੈਪੂਟੇਸ਼ਨ ਦੇ ਉੱਤੇ। ਜਿੰਨੀ ਵਧੀਆ ਰੈਪੂਟੇਸ਼ਨ ਹੋਏਗੀ ਤਾਂ ਉਸ ਹਿਸਾਬ ਨਾਲ ਉਹਨੂੰ ਉਹ ਪੈਸਾ ਅਰੇਂਜ ਕਰ ਸਕਦਾ ਵਾ। ਕਾਮਨ ਸੀਲ। ਹੁਣ ਇਹਦੇ ਵਿੱਚ ਇੱਕ ਕਾਮਨ ਸੀਲ ਹੋਏਗੀ, ਜਾਣੀ ਕਿ ਜਿਹੜਾ ਕੰਪਨੀ ਦਾ ਨਾਮ ਚੱਲ ਰਿਹਾ ਹੋਵੇਗਾ ਉਹਦੀ ਇੱਕ ਤਰ੍ਹਾਂ ਦੀ ਸੀਲ ਹੁੰਦੀ ਹੈ। ਕੋਈ ਵੀ ਵਰਕ ਕੀਤਾ ਜਾਏਗਾ ਤਾਂ ਉਹ ਜਿਹੜਾ ਇਕੱਲਾ ਬੰਦਾ ਵਾ ਉਹਦੇ ਸਾਈਨ ਨਹੀਂ ਚੱਲਦੇ ਹੈਗੇ, ਉਹਦੇ ਵਿੱਚ ਕਾਮਨ ਸੀਲ ਚੱਲੇਗੀ ਕੰਪਨੀ ਦੀ, ਤਾਂ ਜੋ ਕੀ ਆ ਉਹਦੀ ਆਇਡੈਂਟੀਟੀ, ਜੇਕਰ ਓਨਰ ਅਤੇ ਕੰਪਨੀ ਦੀ ਆਇਡੈਂਟੀਟੀ ਹਮੇਸ਼ਾ ਡਿਫਰੈਂਟ ਹੁੰਦੀ ਆ ਅਤੇ ਉਹ ਡਿਫਰੈਂਟ ਹੀ ਵਰਕ ਕਰਦੇ ਆ। ਸੈਪਰੇਟ ਪ੍ਰੋਪਰਟੀ। ਹੁਣ ਇਹਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਕੰਪਨੀਆਂ ਦੀਆਂ ਅਤੇ ਪਰਸਨ ਦੀਆਂ, ਉਹ ਸਾਰੀਆਂ ਡਿਫਰੈਂਟ ਹੀ ਹੁੰਦੀਆਂ ਨੇ, ਉਹ ਕਦੇ ਵੀ ਸਿਮਿਲਰ ਨਹੀਂ ਰੱਖ ਸਕਦਾ ਹੈਗਾ। ਜਿਹੜਾ ਇਕੱਲਾ ਬੰਦਾ ਹੋਏਗਾ ਉਹਦੀ ਪ੍ਰੋਪਰਟੀਆਂ, ਜਿਹੜੀਆਂ ਪਰਸਨਲ ਪ੍ਰੋਪਰਟੀਆਂ ਉਹ ਬਿਜ਼ਨਸ ਦੇ ਵਿੱਚ ਇਨਕਲੂਡ ਨਹੀਂ ਕਰ ਸਕਦਾ, ਅਤੇ ਜਿਹੜੀਆਂ ਬਿਜ਼ਨਸ ਦੀਆਂ ਪ੍ਰੋਪਰਟੀਆਂ ਨੇ ਉਹ ਆਪਣੇ ਪਰਸਨਲ ਪਰਪਸ ਲਈ ਯੂਜ਼ ਨਹੀਂ ਕਰ ਸਕਦਾ। ਲਾਸਟ ਵਨ ਹੈਗਾ ਲਿਮਿਟਡ ਲਾਇਬਿਲਿਟੀ। ਇਹਦੇ ਵਿੱਚ ਜਿਹੜੀਆਂ ਲਾਇਬਿਲਿਟੀਜ਼ ਹੁੰਦੀਆਂ ਲਿਮਿਟਡ ਹੁੰਦੀਆਂ ਨੇ, ਕਿਉਂਕਿ ਸਿੰਗਲ ਪਰਸਨ ਹੁੰਦਾ ਜਿਹੜਾ ਕਿ ਇਸ ਬਿਜ਼ਨਸ ਨੂੰ ਆਪਰੇਟ ਕਰਦਾ ਵਾ ਅਤੇ ਉਸ ਤਰੀਕੇ ਢੰਗ ਦੇ ਨਾਲ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਵਾ, ਤਾਂ ਕਰਕੇ ਜਿਹੜੀਆਂ ਇਹਦੀਆਂ ਦੇਣਦਾਰੀਆਂ ਜਾਂ ਲਾਇਬਿਲਿਟੀਜ਼ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ, ਲਿਮਿਟਡ ਹੁੰਦੀਆਂ ਨੇ। ਨੈਕਸਟ ਹੈ ਸਾਡੇ ਕੋਲ ਇਹਦੇ ਫਾਇਦੇ ਕੀ ਨੇ, ਬੈਨੀਫਿਟ ਕੀ ਆ। ਪਹਿਲਾ ਹੈਗਾ ਸੈਪਰੇਟ ਲੀਗਲ ਆਇਡੈਂਟੀਟੀ। ਵੀ ਇਹਦੇ ਵਿੱਚ ਜਿਹੜੀ ਲੀਗਲ ਆਇਡੈਂਟੀਟੀ ਬਣਦੀ ਆ ਉਹ ਸੈਪਰੇਟ ਬਣਦੀ ਹੈ ਕੰਪਨੀ ਅਤੇ ਪਰਸਨ ਦੀ। ਪਰਸਨ ਅਲੱਗ ਮੰਨਿਆ ਜਾਂਦਾ ਅਤੇ ਕੰਪਨੀ ਅਲੱਗ ਮੰਨਿਆ ਜਾਂਦਾ। ਜੇਕਰ ਕੋਈ ਫਰਾਡ ਹੁੰਦਾ ਤਾਂ ਜਿਹੜਾ ਵੀ ਕੇਸ ਹੋਏਗਾ ਉਹ ਕੰਪਨੀ ਦੇ ਉੱਤੇ ਹੋਏਗਾ, ਨਾ ਕਿ ਉਸ ਓਨਰ ਦੇ ਉੱਤੇ ਹੋਏਗਾ। ਈਜ਼ੀ ਟੂ ਫੰਡਿੰਗ। ਇਹਦੇ ਵਿੱਚ ਪੈਸਾ ਲਾਉਣਾ ਵੀ ਈਜ਼ੀ ਹੁੰਦਾ, ਕਿਉਂਕਿ ਇਹ ਜ਼ਿਆਦਾ ਲਾਰਜ ਸਕੇਲ ਦੇ ਉੱਤੇ ਬਿਜ਼ਨਸ ਨਹੀਂ ਚਲਾਇਆ ਜਾਂਦਾ ਵਾ, ਇਕੱਲਾ ਬੰਦਾ ਚਲਾਉਂਦਾ ਵਾ, ਅਤੇ ਜੇਕਰ ਇਹਨੂੰ ਪੈਸੇ ਦੀ ਫਿਰ ਵੀ ਲੋੜ ਪੈਂਦੀ ਹੈ ਤਾਂ ਐਕਸਟਰਨਲ ਫੈਕਟਰ ਇਹਨਾਂ ਨੂੰ ਪੈਸੇ ਪ੍ਰੋਵਾਈਡ ਕਰਵਾ ਦਿੰਦਾ। ਮਿਨੀਮਮ ਰਿਕੁਆਇਰਮੈਂਟ। ਇਹਦੇ ਵਿੱਚ ਜ਼ਿਆਦਾ ਪੇਪਰ ਵਰਕ ਕਰਨ ਦੀ ਲੋੜ ਨਹੀਂ ਹੈਗੀ ਅਤੇ ਨਾ ਤੁਹਾਨੂੰ ਕੋਈ ਕੁਆਲੀਫਿਕੇਸ਼ਨ ਸ਼ੋ ਕਰਨ ਦੀ ਲੋੜ ਆ। ਇਹਦੇ ਵਿੱਚ ਮਿਨੀਮਮ ਰਿਕੁਆਇਰਮੈਂਟ ਆ ਤਾਂ ਈਜ਼ੀਲੀ ਹਰ ਇੱਕ ਪਰਸਨ ਇਹਨੂੰ ਚਲਾ ਸਕਦਾ ਵਾ। ਕ੍ਰੈਡਿਟ ਰੇਟਿੰਗ। ਹੁਣ ਇਹਦੇ ਵਿੱਚ ਇਹ ਵੀ ਦੇਖਿਆ ਜਾਂਦਾ ਵੀ ਇੱਕ ਪਰਸਨ ਜਿਹੜਾ ਮਾਰਕੀਟ ਦੇ ਵਿੱਚੋਂ ਪੈਸਾ ਲੈ ਲੈਂਦਾ ਤਾਂ ਉਹਨੂੰ ਕਦੋਂ ਰਿਟਰਨ ਕਰਦਾ ਵਾ। ਤਾਂ ਇਹ ਚੀਜ਼ਾਂ ਜਿਹੜੀਆਂ ਸਿੰਗਲ ਕੰਪਨੀ ਹੁੰਦੀਆਂ, ਵਨ ਪਰਸਨ ਕੰਪਨੀਜ਼ ਹੁੰਦੀਆਂ ਨੇ, ਇਹਦੇ ਵਿੱਚ ਰੇਟਿੰਗ ਕਾਊਂਟ ਕੀਤੀ ਜਾਂਦੀ ਹੈ ਵੀ ਉਹ ਕ੍ਰੈਡਿਟ ਜਿਹੜਾ ਵਾ ਲੋਕਾਂ ਤੋਂ ਪੈਸਾ ਲੈ ਕੇ ਕਿੰਨੇ ਟਾਈਮ ਦੇ ਵਿੱਚ ਮੁੜਦਾ ਵਾ, ਤਾਂ ਇਸ ਤਰੀਕੇ ਨਾਲ ਉਹਦੀ ਇੱਕ ਰੇਸ਼ੋ ਬਣ ਜਾਂਦੀ ਹੈ ਅਤੇ ਉਹ ਆਪਣੇ ਬਿਜ਼ਨਸ ਨੂੰ ਈਜ਼ੀਲੀ ਵਧੀਆ ਢੰਗ ਨਾਲ ਰਨ ਕਰ ਸਕਦਾ ਵਾ। ਸਿੰਗਲ ਓਨਰ। ਇਹਦੇ ਵਿੱਚ ਜਿਹੜਾ ਬੰਦਾ ਹੁੰਦਾ ਰਨ ਕਰਨ ਵਾਲਾ ਉਹ ਸਿਰਫ ਇੱਕ ਹੀ ਹੁੰਦਾ ਵਾ ਅਤੇ ਉਹੀ ਆਪਣੇ ਬਿਜ਼ਨਸ ਨੂੰ ਪ੍ਰੋਪਰ ਰਨ ਕਰਨ ਦੀ ਕੋਸ਼ਿਸ਼ ਕਰਦਾ ਵਾ, ਅਤੇ ਜਿਹੜੇ ਗੋਲਸ ਨੇ ਉਹ ਅਚੀਵ ਕਰਨ ਦੀ ਜ਼ਿੰਮੇਵਾਰੀ ਵੀ ਉਹ ਇਕੱਲੇ ਬੰਦੇ ਦੀ ਹੁੰਦੀ ਹੈ। ਲਿਮਿਟਡ ਲਾਇਬਿਲਿਟੀਜ਼ ਉਹਦੀਆਂ ਜਿਹੜੀਆਂ ਦੇਣਦਾਰੀਆਂ ਲਿਮਿਟਡ ਹੁੰਦੀਆਂ ਨੇ, ਜਾਣੀ ਕਿ ਉਹ ਫਰਮ ਦੀਆਂ ਜੇਕਰ ਕੁਛ ਜ਼ਿਆਦਾ ਦੇਣਦਾਰੀਆਂ ਬਣ ਜਾਂਦੀਆਂ ਤਾਂ ਉਹਦੀਆਂ ਪਰਸਨਲ ਐਸੈਟਸ ਦੀ ਕੋਈ ਵੀ ਰਿਲਾਇਬਿਲਿਟੀ ਨਹੀਂ ਬਣਦੀ। ਜਿੰਨੀਆਂ ਉਹਦੇ ਬਿਜ਼ਨਸ ਦੇ ਵਿੱਚ ਐਸੈਟਸ ਇੰਕਲੂਡ ਸੀਗੀਆਂ ਤਾਂ ਸਿਰਫ ਉਹਦੇ ਨਾਲ ਹੀ ਉਹ ਐਕਸਟਰਨਲ ਲਾਇਬਿਲਿਟੀਜ਼ ਨੂੰ ਪੇ ਕਰੇਗਾ, ਜਾਣੀ ਕਿ ਜਿਹੜੇ ਲੋਨ ਜਾਂ ਕਿਸੇ ਹੋਰ ਬੰਦੇ ਨੂੰ ਪੈਸੇ ਦੇਣੇ ਆ ਤਾਂ ਉਹ ਸਿਰਫ ਬਿਜ਼ਨਸ ਦੀ ਪ੍ਰੋਪਰਟੀ ਦੇ ਵਿੱਚੋਂ ਹੀ ਦਿੱਤੇ ਜਾਣਗੇ। ਨੈਕਸਟ ਹੈਗਾ ਇਹਦੀਆਂ ਕੁਛ ਲਿਮੀਟੇਸ਼ਨਸ ਵੀ ਨੇ। ਪਹਿਲਾ ਹੈਗਾ ਹਾਈ ਟੈਕਸ ਲਾਇਬਿਲਿਟੀ। ਸੋ ਇਸ ਤਰੀਕੇ ਦੇ ਨਾਲ ਜਿਹੜੇ ਕੰਪਨੀਜ਼ ਹੁੰਦੀਆਂ ਨੇ ਇਹਨਾਂ ਉੱਤੇ ਜਿਹੜਾ ਟੈਕਸ ਲਾਇਬਿਲਿਟੀ ਉਹ ਜ਼ਿਆਦਾ ਹੁੰਦੀ ਹੈ, ਕਿਉਂਕਿ ਗਵਰਨਮੈਂਟ ਇਹਨਾਂ ਉੱਤੇ ਰੇਟ ਆਫ ਟੈਕਸ ਜ਼ਿਆਦਾ ਸੈੱਟ ਕਰਦੀ ਹੈ। ਨੈਕਸਟ ਹੈਗਾ ਰਿਸਟ੍ਰੇਨਸ ਦੀ ਆ ਗਰੋਥ। ਇਹਦੇ ਵਿੱਚ ਜਿਹੜੀ ਗਰੋਥ ਹੋਣੀ ਆ ਬਹੁਤ ਡਿਫੀਕਲਟੀਜ਼ ਆਉਂਦੀਆਂ ਨੇ, ਕਿਉਂਕਿ ਪਹਿਲਾਂ ਦਾ ਟੈਕਸ ਬਰਡਨ ਹੁੰਦਾ ਵਾ ਅਤੇ ਇੱਕ ਪਰਸਨ ਨੇ ਇਕੱਲੇ ਬੰਦੇ ਨੇ ਉਹ ਸਾਰੀਆਂ ਚੀਜ਼ਾਂ ਹੈਂਡਲ ਕਰਨੀਆਂ ਹੁੰਦੀਆਂ, ਤਾਂ ਉਹਨੂੰ ਕਈ ਤਰ੍ਹਾਂ ਦੀਆਂ ਨੰਬਰ ਆਫ ਪ੍ਰੋਬਲਮਸ ਰਾਈਜ਼ ਹੁੰਦੀਆਂ ਨੇ, ਤਾਂ ਕਰਕੇ ਇਹਦੀਆਂ ਗਰੋਥ ਦੇ ਵਿੱਚ ਵੀ ਰੁਕਾਵਟ ਆਉਂਦੀ ਰਹਿੰਦੀ ਆ। ਲੈਸ ਕੰਪਲਸ਼ਨ ਆਫ ਬਰਡਨ। ਇਹਦੇ ਵਿੱਚ ਜਿਹੜਾ ਬਰਡਨ ਆ ਉਹ ਕੀ ਹੁੰਦਾ ਵਾ, ਜ਼ਿਆਦਾ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹ ਬੰਦਾ ਆਪਣੇ ਅਕੋਰਡਿੰਗ ਬਿਜ਼ਨਸ ਚਲਾਉਂਦਾ ਹੁੰਦਾ ਤਾਂ ਉਹ ਜ਼ਿਆਦਾ ਬਰਡਨ ਨਹੀਂ ਲੈਂਦਾ। ਜੇ ਜ਼ਿਆਦਾ ਬਰਡਨ ਨਹੀਂ ਲੈਂਦਾ ਤਾਂ ਇਸ ਤਰੀਕੇ ਨਾਲ ਉਹ ਆਪਣੇ ਬਿਜ਼ਨਸ ਨੂੰ ਗਰੋ ਵੀ ਵਧੀਆ ਢੰਗ ਨਾਲ ਨਹੀਂ ਕਰ ਪਾਉਂਦਾ। ਨੈਕਸਟ ਹੈਗਾ ਵਾ ਸਸਟੇਨ ਕਨਵਰਜਨ। ਵੀ ਜੇਕਰ ਤੁਸੀਂ ਇਹਨੂੰ ਚੇਂਜ ਕਰਨਾ ਹੋਵੇ ਸਿੰਗਲ ਪਰਸਨ ਤੋਂ ਇਹ ਪਾਰਟਨਰਸ਼ਿਪ ਜਾਂ ਜੁਆਇੰਟ ਸਟਾਕ ਕੰਪਨੀ ਦੇ ਵਿੱਚ ਜਾਣਾ ਹੋਵੇ ਤਾਂ ਇਹਦੇ ਵਿੱਚ ਕਾਫੀ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ, ਕਿਉਂਕਿ ਇਕੱਲਾ ਬੰਦੇ ਨੇ ਇਹ ਬਿਜ਼ਨਸ ਨੂੰ ਰਨ ਕੀਤਾ ਹੁੰਦਾ। ਜੇਕਰ ਤੁਸੀਂ ਉਹਨਾਂ ਨੂੰ ਕਿਸੇ ਹੋਰ ਕੰਪਨੀ ਦੇ ਵਿੱਚ ਕਨਵਰਟ ਕਰਨਾ ਵਾ ਤਾਂ ਨੰਬਰ ਆਫ ਪੇਪਰ ਵਰਕਸ ਲੱਗਦੇ ਨੇ ਅਤੇ ਕਾਫੀ ਜ਼ਿਆਦਾ ਖਰਚਾ ਵੀ ਇਹਦੇ ਉੱਤੇ ਪੈਂਦਾ ਵਾ। ਨੈਕਸਟ ਹੈਗਾ ਓਨਰਸ਼ਿਪ ਲਿਮੀਟੇਸ਼ਨ। ਵੀ ਓਨਰ ਜਿਹੜਾ ਇਕੱਲਾ ਹੀ ਹੁੰਦਾ ਵਾ ਤਾਂ ਇਹਦੇ ਵਿੱਚ ਕੀ ਆ ਉਹਦੇ ਅਕੋਰਡਿੰਗ ਹੀ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਜਿੰਨਾ ਉਹਦੇ ਕੋਲ ਪੈਸਾ ਹੋਏਗਾ ਉਹੀ ਲਾਏਗਾ, ਜਿੰਨੀ ਮੈਨੇਜਮੈਂਟ ਦੀ ਸਕਿੱਲਸ ਨੇ ਉਹ ਸਿਰਫ ਉਹੀ ਯੂਜ਼ ਕਰੇਗਾ, ਉਹ ਕਿਸੇ ਹੋਰ ਪਰਸਨ ਨੂੰ ਇਨਕਲੂਡ ਵੀ ਨਹੀਂ ਕਰ ਸਕਦਾ ਅਤੇ ਇਸ ਬਿਜ਼ਨਸ ਨੂੰ ਡਿਸਕਲੋਜ਼ ਵੀ ਨਹੀਂ ਕਰ ਸਕਦਾ। ਨੈਕਸਟ ਹੈਗਾ ਵਾ ਕ੍ਰਿਊਸ਼ੀਅਸ ਆਫ ਐਨ ਓਪੀਸੀ ਦੇ ਵਿੱਚ ਜਿਹੜਾ ਵਰਕ ਕਰਨ ਦੇ ਲਈ ਆ ਉਹਨਾਂ ਨੂੰ ਓਬਲੀਗੇਸ਼ਨ ਦੀ ਤਰੀਕੇ ਨਾਲ ਹੀ ਹੁੰਦਾ ਵੀ ਉਹ ਜੇਕਰ ਕੰਮ ਕਰੇਗਾ ਤਾਂ ਉਹਨੂੰ ਪ੍ਰੋਫਿਟ ਮਿਲੇਗਾ, ਜੇਕਰ ਕੰਮ ਨਹੀਂ ਕਰਦਾ ਹੈਗਾ ਤਾਂ ਉਹਦੇ ਬਿਜ਼ਨਸ ਦੇ ਵਿੱਚ ਉਹਨੂੰ ਲਾਸ ਹੋ ਸਕਦਾ ਵਾ। ਤਾਂ ਇਹ ਸੀਗੀਆਂ ਇਹਦੀਆਂ ਲਿਮੀਟੇਸ਼ਨ ਵਨ ਕੰਪਨੀਜ਼ ਦੀਆਂ। ਨੈਕਸਟ ਹੈ ਜਿਹੜਾ ਕਿ ਮੈਂ ਤੁਹਾਡੇ ਲਈ ਇੱਕ ਪ੍ਰੈਕਟਿਸ ਟੈਸਟ ਮੇਨਟੇਨ ਕੀਤਾ ਵਾ ਫਸਟ ਲੈਸਨ ਦਾ। ਇਹਦੇ ਵਿੱਚ ਮੈਂ ਤੁਹਾਨੂੰ 10 MCQ ਪਾਏ ਨੇ। ਜਿਹੜੇ ਬੱਚੇ ਦੇਖ ਰਹੇ ਨੇ ਤਾਂ ਉਹ ਇਹਦਾ ਸਕਰੀਨਸ਼ਾਟ ਮਾਰ ਕੇ ਵੀ ਇਹਨੂੰ ਦੇਖ ਸਕਦੇ ਨੇ, ਅਤੇ ਇਹਦੇ ਜਿੰਨੇ ਵੀ ਆਨਸਰ ਹੋਣਗੇ
ਉਹ ਕੀ ਹੈ ਮੇਰੇ ਕਮੈਂਟ ਬਾਕਸ ਦੇ ਵਿੱਚ ਪਾਉਣਗੇ। ਜੇਕਰ ਕਿਸੇ ਵੀ ਕੁਐਸਚਨ ਦੇ ਵਿੱਚ ਉਹਨਾਂ ਨੂੰ ਡਾਊਟ ਆ ਰਿਹਾ ਤਾਂ ਉਹਦੇ ਡਾਊਟ ਨੂੰ ਵੀ ਮੇਰੇ ਨੀਚੇ ਲਿਖ ਸਕਦੇ ਆ, ਤਾਂ ਜੋ ਮੈਂ ਉਸ ਡਾਊਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ ਨੈਕਸਟ ਸੈਸ਼ਨ ਦੇ ਵਿੱਚ। ਅਤੇ ਇਹਦੇ ਆਨਸਰ ਦੇ ਉੱਤੇ ਅਸੀਂ ਡਿਸਕਸ਼ਨ ਵੀ ਕਰਾਂਗੇ ਵੀ ਇਹਦੇ ਆਨਸਰ ਸਹੀ ਕਿਹੜੇ ਸੀ, ਅਤੇ ਦੇਖਿਆ ਜਾਏਗਾ ਜਿਹੜੇ ਜ਼ਿਆਦਾ ਬੱਚੇ ਇਸ ਟੈਸਟ ਨੂੰ ਅਟੈਂਪਟ ਕਰਨਗੇ ਅਤੇ ਜਿਨ੍ਹਾਂ ਦੇ ਜ਼ਿਆਦਾ ਆਨਸਰ ਆਉਣਗੇ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਦਾ ਬੱਚਿਆਂ ਦਾ ਨੇਮ ਵੀ ਉਸ ਵੀਡੀਓ ਦੇ ਵਿੱਚ ਅਨਾਊਂਸ ਕਰੂੰਗਾ ਵੀ ਇਹਨਾਂ ਨੇ ਵਧੀਆ ਪਰਫੋਰਮੈਂਸ ਦਿੱਤੀ ਅਤੇ ਸਹੀ ਆਨਸਰ ਇਹਨਾਂ ਨੇ ਕਲੈਕਟ ਕੀਤੇ। ਆਈ ਹੋਪ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ। ਅਤੇ ਲਾਸਟ ਟਾਈਮ ਇਹੀ ਕਹਾਂਗਾ ਵੀ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇਹਨੂੰ ਵਾਚ ਕਰੋ, ਤਾਂ ਜੋ ਤੁਹਾਨੂੰ ਸਾਰੀਆਂ ਨੌਲੇਜ ਅਤੇ ਪ੍ਰੋਪਰ ਮੈਂ ਜਿਹੜੀ ਪ੍ਰੋਵਾਈਡ ਕਰਨਾ ਚਾਹ ਰਿਹਾ ਹਾਂ ਤੁਹਾਨੂੰ ਨੌਲੇਜ ਉਹ ਸਾਰੀ ਮਿਲ ਸਕੇ। ਜੇਕਰ ਤੁਹਾਨੂੰ ਫਿਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਇਹ ਟੈਸਟ ਨੂੰ ਜ਼ਰੂਰ ਕੰਡਕਟ ਕਰੋ ਅਤੇ ਇਹਦੇ ਆਨਸਰ ਜ਼ਰੂਰ ਲਿਖੋ, ਤਾਂ ਜੋ ਮੈਨੂੰ ਇਹ ਪਤਾ ਲੱਗ ਸਕੇ ਵੀ ਤੁਸੀਂ ਕਿੰਨੀ ਕੁ ਨੌਲੇਜ ਗੇਨ ਕਰ ਚੁੱਕੇ ਹੋ ਮੇਰੀ ਵੀਡੀਓਜ਼ ਦੇ ਉੱਤੇ। ਅਤੇ ਮੇਰੀ ਵੀਡੀਓ ਨੂੰ ਟਿਲ ਐਂਡ ਤੱਕ ਦੇਖਿਆ ਕਰੋ, ਤਾਂ ਜੋ ਤੁਹਾਨੂੰ ਜਿਹੜੀ ਨੌਲੇਜ ਆ ਉਹ ਪ੍ਰੋਪਰ ਮਿਲ ਸਕੇ। ਥੈਂਕਸ ਅ ਲੋਟ ਵਾਚਿੰਗ ਫॉर माय ਸੈਸ਼ਨ ਐਂਡ which students has been come to the first time on my YouTube channel, so subscribe my channel. Thanks a lot watching for my session.